ਵਾਹਿਗੁਰੂ ਸਾਹਿਬ ਜੀ। ਸੋਰਠ ਮਹਲਾ ਪੰਜਵਾਂ। ਆਗੈ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ। ਪਰਮੇਸ਼ਰ ਬਣਤ ਬਣਾਈ, ਫਿਰ ਡੋਲਤ ਕਤਹੁ ਨਾਹੀ। ਆਗੈ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ। ਪਰਮੇਸ਼ਰ ਬਣਤ ਬਣਾਈ, ਫਿਰ ਡੋਲਤ ਕਤਹੁ ਨਾਹੀ। ਸਾਚੇ ਸਾਹਿਬ ਸਿਉ ਮਨ ਮਾਨਿਆ, ਹਰ ਸਰਬ ਨਿਰੰਤਰ ਜਾਣਿਆ। ਰਹਾਉ ਸਭ ਜੀ ਤੇਰੇ ਦਇਆਲਾ, ਆਪਣੇ ਭਗਤ ਕਰਹਿ ਪ੍ਰਤਪਾਲਾ। ਅਚਰਜ ਤੇਰੀ ਵਡਿਆਈ, ਨਿਤ ਨਾਨਕ ਨਾਮ ਧਿਆਈ। ਅਚਰਜ ਤੇਰੀ ਵਡਿਆਈ, ਨਿਤ ਨਾਨਕ ਨਾਮ ਧਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ, ਚਵਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸ਼ਬਦ ਗੁਰੂ, ਜੁਗੋਂ ਜੁਗ ਅਟਲ ਸਤਿਗੁਰੂ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ, ਜੋ ਸਤਿਕਾਰਯੋਗ ਪੂਜਨੀਕ ਧੰਨ ਮਾਤਾ ਰਾਜਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਨਿਤਨੇਮ ਦੀਆਂ ਬਾਣੀਆਂ ਤੋਂ ਉਪਰੰਤ ਆਸਾ ਕੀ ਵਾਰ ਸ਼ਬਦ ਕੀਰਤਨ ਦੇ ਨਾਲ ਆਪ ਜੀ ਸਾਂਝ ਪਾ ਰਹੇ ਸੋ। ਆਓ ਰੋਜ਼ਾਨਾ ਦੀ ਤਰ੍ਹਾਂ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਹੁਕਮ ਦੇ ਵਿਚਾਰ ਦੇ ਨਾਲ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਸਾਰੇ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹਲਾ ਪੰਜਵਾਂ। ਆਗੈ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ। ਸੋਰਠ ਰਾਗ ਵਿੱਚ ਪੰਚਮ ਪਾਤਸ਼ਾਹ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਬਚਨ ਅੰਗ ਨੰਬਰ 629 630 ਦੇ ਉੱਤੇ ਸਭਾਈਮਾਨ ਨੇ। ਔਰ ਧੰਨ ਗੁਰੂ ਅਰਜਨ ਦੇਵ ਜੀ ਨੇ ਅੱਜ ਦੇ ਹੁਕਮ ਰਾਹੀਂ ਜੋ ਸਾਨੂੰ ਉਪਦੇਸ਼ ਦਿੱਤਾ ਹੈ, ਆਖਰੀ ਅਰਥ ਭਾਵੇਂ ਸੁਣਨ ਵਿੱਚ ਪੜ੍ਹਨ ਵਿੱਚ ਬਹੁਤ ਸੌਖੇ ਨੇ, ਸਰਲ ਨੇ, ਪਰ ਸਤਿਗੁਰੂ ਜੀ ਨੇ ਇਹਦੇ ਵਿੱਚ ਸਾਨੂੰ ਜੋ ਸਮਝਾਇਆ ਹੈ ਰਮਜ, ਉਹ ਸਮਝਣ ਦੀ ਲੋੜ ਹੈ ਔਰ ਬਹੁਤ ਡੂੰਘੀ ਰਮਜ ਹੈ ਕਿ ਗੁਰੂ ਕੇ ਸਿੱਖਾ, ਜੇ ਤੂੰ ਚਾਹੁੰਦਾ ਕਿ ਤੇਰੇ ਅੱਗੇ ਪਿੱਛੇ ਸੁੱਖ ਹੋਣ ਤੇ ਤੂੰ ਜਿਹੜਾ ਉਦਮ ਹੈ ਉਹ ਕਰਨਾ ਕਦੇ ਛੱਡੀ ਨਾ। ਸੁੱਖ ਅੱਗੇ ਪਿੱਛੇ ਹੋਣਗੇ, ਉਦਮ ਦੇ ਨਾਲ ਅਰਦਾਸ ਰੱਖੀ।
ਹੁਣ ਸਤਿਗੁਰੂ ਜੀ ਨੇ ਅੱਜ ਜੋ ਸਮਝਾਇਆ ਹੈ, ਸਭ ਤੋਂ ਪਹਿਲੀਆਂ ਪੰਕਤੀਆਂ ਦੇ ਵਿੱਚ ਪਾਵਨ ਬਚਨ ਕਹੇ ਨੇ, ਆਗੈ ਸੁਖ ਮੇਰੇ ਮੀਤਾ। ਹੁਣ ਜੋ ਟੀਕਾਕਾਰਾਂ ਨੇ ਅਰਥ ਕੀਤੇ ਨੇ ਬਹੁਤਿਆਂ ਨੇ, ਆਖਰੀ ਅਰਥ ਇਹੀ ਨੇ, ਆਗੈ ਅੱਗੇ ਆਉਣ ਵਾਲੇ ਸਮੇਂ 'ਚ, ਤੇ ਜਾਂ ਕਈਆਂ ਨੇ ਅਰਥ ਕੀਤੇ ਨੇ ਅੱਗੇ ਆਉਣ ਵਾਲੇ ਜਨਮ ਦੇ ਵਿੱਚ। ਆਗੈ ਸੁਖ ਮੇਰੇ ਮੀਤਾ, ਅੱਗੇ ਸੁਖ ਹੋ ਜਾਣਗੇ। ਪਾਛੇ ਆਨੰਦ ਪ੍ਰਭ ਕੀਤਾ। ਔਰ ਕਈ ਟੀਕਾਕਾਰਾਂ ਨੇ ਅਰਥ ਕੀਤੇ ਨੇ ਪਾਛੇ, ਜਿਹੜਾ ਪਿੱਛੇ ਸਮਾਂ ਲੰਘ ਚੁੱਕਿਆ ਹੈ। ਰੱਬ ਨੇ, ਪਰਮੇਸ਼ਰ ਨੇ ਉਹਦੇ ਵਿੱਚ ਵੀ ਆਨੰਦ ਪੈਦਾ ਕਰ ਦਿੱਤਾ। ਔਰ ਕਈਆਂ ਨੇ ਇਸ ਤੋਂ ਵੀ ਜ਼ਿਆਦਾ ਅੱਗੇ ਅਰਥ ਕੀਤੇ ਨੇ ਕਿ ਪਿਛਲੇ ਜਨਮਾਂ ਦੇ ਵਿੱਚ ਵੀ ਆਨੰਦ ਪੈਦਾ ਕਰ ਦਿੱਤੇ। ਪਰ ਦੇਖੋ, ਕਈ ਵਾਰੀ ਜਦੋਂ ਵਿਚਾਰ ਕਰੀਏ, ਫਿਰ ਵਿਚਾਰ ਕਰਕੇ ਸਵਾਲ ਤੇ ਪੈਦਾ ਹੁੰਦੇ ਨੇ। ਟੀਕਾਕਾਰਾਂ ਨੂੰ ਜਿਵੇਂ ਸਮਝ ਲੱਗੀ ਅਰਥ ਕਰ ਦਿੱਤੇ, ਪਰ ਜੋ ਗੁਰਮਤਿ ਨੇ ਸਾਨੂੰ ਸਮਝਾਇਆ ਹੈ, ਸਤਿਗੁਰੂ ਜੀ ਦੀ ਬਾਣੀ ਨੇ ਸਮਝਾਇਆ, ਜਦੋਂ ਬਾਣੀ ਪੜ੍ਹੀਏ ਤੇ ਅਕਸਰ ਬਾਣੀ ਜਾਂ ਤੇ ਮਨ ਨੂੰ ਸਮਝਾਉਂਦੀ ਹੈ, ਔਰ ਮਨ ਨੂੰ ਸਮਝਾ ਕੇ ਸਾਨੂੰ ਜੋ ਉਪਦੇਸ਼ ਦਿੰਦੀ ਕਿ ਗੁਰੂ ਕੇ ਸਿੱਖਾ ਤੂੰ ਵਰਤਮਾਨ ਦੇ ਵਿੱਚ ਰਹਿਣਾ ਹੈ। ਆਉਣ ਵਾਲੇ ਸਮੇਂ ਨੂੰ ਵੇਖ ਵੇਖ ਕੇ ਸੋਚ ਸੋਚ ਕੇ ਦੁਖੀ ਨਹੀਂ ਹੋਣਾ। ਬੀਤੇ ਹੋਏ ਸਮੇਂ ਤੇ ਜੋ ਕੁਝ ਹੋ ਗਿਆ ਉਹਨੂੰ ਸੋਚ ਸੋਚ ਕੇ ਪਛਤਾਉਣਾ ਨਹੀਂ, ਕਿਉਂਕਿ ਦੁੱਖ ਤੇ ਸੁੱਖ ਅਸਲ ਵਿੱਚ ਮਿਲਦੇ ਇੱਥੋਂ ਹੀ ਨੇ। ਦੁੱਖਾਂ ਦਾ ਮਤਲਬ ਹੀ ਉਹ ਕਿ ਜਿਹੜੇ ਵਿਚਾਰ, ਜਿਹੜਾ ਸਮਾਂ ਪਤਾ ਨਹੀਂ ਹਜੇ ਆਇਆ ਕਿ ਨਹੀਂ ਆਇਆ। ਹੁਣ ਦੇਖੋ, ਸਤਿਗੁਰੂ ਜੀ ਨੇ ਕਿਰਪਾ ਕੀਤੀ, ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਸੁੱਖ, ਜਾਂ ਆਉਣ ਵਾਲੇ ਜਨਮ ਦੇ ਅਗਲੇ ਜਨਮ ਦੇ ਵਿੱਚ ਵੀ ਸੁੱਖ ਪੈਦਾ ਕਰ ਦਿੱਤੇ, ਕਿਉਂਕਿ ਗੱਲ ਕੁਝ ਬਣਦੀ ਜੀ ਨਹੀਂ। ਜਿਹੜਾ ਜਨਮ ਹਜੇ ਆਇਆ ਹੀ ਨਹੀਂ, ਜਿਹੜਾ ਸਮਾਂ ਹਜੇ ਆਇਆ ਹੀ ਨਹੀਂ, ਦੇਖਿਆ ਹੀ ਨਹੀਂ, ਸਾਨੂੰ ਪਤਾ ਹੀ ਨਹੀਂ ਉਹ ਸਮਾਂ ਆਉਣਾ ਹੈ ਕਿ ਨਹੀਂ ਆਉਣਾ, ਉਹਦੇ ਵਿੱਚ ਵੀ ਸੁੱਖ ਪੈਦਾ ਕਰ ਦਿੱਤੇ। ਚਲੋ ਇੰਨੀ ਕੁ ਗੱਲ ਤੇ ਸਮਝ ਵਿੱਚ ਆ ਵੀ ਜਾਏਗੀ, ਜੇ ਗੁਰੂ ਦੇ ਚਰਨਾਂ ਵਿੱਚ ਜੁੜੇਗਾ ਅਗਲਾ ਸਮਾਂ ਸੌਖਾ ਹੋ ਜਾਏਗਾ। ਪਰ ਪਾਛੇ ਆਨੰਦ ਪ੍ਰਭ ਕੀਤਾ, ਪਿੱਛੇ ਜਿਹੜਾ ਲੰਘ ਹੀ ਚੁੱਕਿਆ ਹੈ ਉਹਦੇ 'ਚ ਆਨੰਦ ਕਿਵੇਂ ਪੈਦਾ ਹੋ ਗਿਆ ਜੀ। ਹੁਣ ਪਿਛਲਾ ਸਮਾਂ ਮਤਲਬ ਹੈ ਕਿ ਜਿਹੜਾ ਸਵਾਸ ਛੱਡ ਦਿੱਤਾ ਉਹ ਵੀ ਪਿਛਲਾ ਸਮਾਂ ਹੈ। ਜਿਹੜੇ ਰਾਤ ਗੁਜ਼ਰ ਚੁੱਕੇ, ਕੱਲ ਗੁਜ਼ਰ ਚੁੱਕਿਆ ਹੈ, ਪਿਛਲਾ ਸਮਾਂ ਹੈ, ਪਿਛਲੇ ਜਨਮ ਗੁਜ਼ਰ ਚੁੱਕੇ ਨੇ। ਹੁਣ ਕੱਲ ਬੰਦਾ ਹਾਏ ਹਾਏ ਕਰਦਾ ਸਾਰਾ ਦਿਨ ਜਿਹਨੇ ਗੁਜ਼ਾਰਿਆ ਹੋਵੇ, ਤੇ ਫਿਰ ਉਹਦੇ ਵਿੱਚ ਆਨੰਦ ਕਿਵੇਂ ਬਣ ਸਕਦਾ ਜੀ। ਪਾਛੇ ਦਾ ਅਰਥ ਜੇ ਇਹ ਕਰੀਏ ਪਿਛਲੇ ਸਮੇਂ ਦੇ ਵਿੱਚ, ਔਰ ਗੁਰੂ ਸਾਹਿਬ ਨੇ ਪਿਛਲੇ ਸਮੇਂ ਦੀ ਜਦੋਂ ਗਿਣਤੀ ਕੀਤੀ, ਕਈ ਜਨਮ ਭਏ ਕੀਟ ਪਤੰਗਾ, ਉਹ ਪਿਛਲਾ ਸਮਾਂ ਸੀ ਨਾ। ਜੇ ਕੀੜਿਆਂ ਦੇ ਜੂਣ, ਪਤੰਗਿਆਂ ਦੇ ਜੂਣ ਰੇਂਗ ਰੇਂਗ ਕੇ ਦੁੱਖ ਭੋਗ ਭੋਗ ਕੇ ਜਿਹੜੀ ਬਤੀਤ ਕੀਤੀ, ਉਹਦੇ ਵਿੱਚ ਆਨੰਦ ਕਿਵੇਂ ਪੈਦਾ ਹੋ ਜਾਏਗਾ। ਹੁਣ ਇੱਥੇ ਅਸਲ ਵਿੱਚ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਹੈ ਕਿ ਅੱਗੇ ਪਿੱਛੇ ਕਿਹਾ ਕਿਹਨੂੰ ਜਾਂਦਾ ਹੈ। ਅੱਗੇ ਪਿੱਛੇ ਤਾਂ ਜਦੋਂ ਚੰਗੀ ਤਰ੍ਹਾਂ ਭਾਵ-ਅਰਥ ਸਮਝਾਂਗੇ ਤੇ ਅੱਗੇ ਪਿੱਛੇ ਨੂੰ ਮਿਲਾ ਕੇ ਵਰਤਮਾਨ ਹੀ ਬਣੇਗਾ। ਹੁਣ ਸਤਿਗੁਰੂ ਨੇ ਜਿਹੜੇ ਸਾਨੂੰ ਦੇਖੋ ਅੱਜ ਸਮਝਾਇਆ ਹੈ, ਆਗੇ ਤੇ ਪੱਛੇ। ਆਗੇ ਪਾਛੇ ਦਾ ਅਰਥ ਕੀ ਹੈ? ਵਿਚਕਾਰ ਸਤਿਗੁਰੂ ਜੀ ਕਿਰਪਾ ਕਰਦੇ ਨੇ ਮਨ ਹੈ, ਔਰ ਬਾਰ-ਬਾਰ ਮਨ ਨੂੰ ਹੀ ਸਮਝਾਇਆ ਹੈ। ਅੱਗੇ ਦਾ ਮਤਲਬ ਹੈ ਅੱਗੇ ਆਤਮਿਕ ਸੁੱਖ, ਜਿਹਨੂੰ ਸਦੀਵੀ ਸੁੱਖ ਕਿਹਾ ਹੈ। ਤੇ ਪਾਛੇ ਦਾ ਮਤਲਬ ਹੈ ਮਨ ਜਿਹੜਾ ਸਰੀਰ ਦੇ ਪਿੱਛੇ ਪਿੱਛੇ ਭੱਜਿਆ ਫਿਰਦਾ ਹੈ। ਇਹ ਜਿਹੜਾ ਸਰੀਰ ਹੈ ਕਿਵੇਂ ਕਰਨਾ, ਇਹ ਮਨ ਦੇ ਪਿੱਛੇ ਪਿੱਛੇ ਭੱਜਿਆ ਫਿਰਦਾ ਹੈ। ਮਨ ਚਾਹੁੰਦਾ ਕਿ ਉਸ ਥਾਂ ਤੇ ਜਾਣਾ ਹੈ, ਸਰੀਰ ਭੱਜਿਆ ਫਿਰਦਾ ਹੈ। ਮਨ ਚਾਹੁੰਦਾ ਕਿ ਕੰਮ ਕਰਨਾ, ਸਰੀਰ ਉਹਦੇ ਪਿੱਛੇ ਭੱਜਿਆ ਫਿਰਦਾ ਹੈ। ਹੁਣ ਵਿਚਕਾਰ ਮਨ ਹੈ, ਪਿੱਛੇ ਸਰੀਰ ਹੈ, ਅੱਗੇ ਆਤਮਾ ਹੈ। ਔਰ ਸਤਿਗੁਰੂ ਜੀ ਨੇ ਇਹ ਰਹਾਉ ਦੀਆਂ ਪੰਕਤੀਆਂ ਵਿੱਚ ਕਿਰਪਾ ਕਰਕੇ ਸਾਨੂੰ ਸਪਸ਼ਟ ਵੀ ਕੀਤਾ ਹੈ, ਸਾਚੇ ਸਾਹਿਬ ਸਿਓ ਮਨ ਮੰਨਿਆ। ਜਦੋਂ ਮਨ ਮੰਨ ਗਿਆ ਉਦੋਂ ਅੱਗੇ ਵੀ ਸੁੱਖ ਨੇ, ਪਿੱਛੇ ਵੀ ਸੁੱਖ ਨੇ। ਔਰ ਫਿਰ ਬੇਨਤੀ ਕਰਦੇ, ਪਿੱਛੇ ਸਰੀਰ ਹੈ। ਮਨ ਦੇ ਪਿੱਛੇ ਪਿੱਛੇ ਭੱਜਦਾ ਹੈ ਸਰੀਰ, ਤੇ ਅੱਗੇ ਉਹ ਸੁੱਖ ਨੇ ਜਿਹਨੂੰ ਗੁਰੂ ਸਾਹਿਬ ਜੀ ਆਤਮਿਕ ਸੁੱਖ ਕਹਿੰਦੇ ਨੇ। ਹੁਣ ਦੇਖੋ ਸਤਿਗੁਰੂ ਜੀ ਨੇ ਜਿਹੜੀ ਕਿਰਪਾ ਜਿੱਥੇ ਕੀਤੀ ਹੈ,
कि जे तू सुख चाहुंदा है, शरीर का सुख, ये पिछे वाला सुख है ना, शरीर का सुख पिछे का सुख, तो शरीर के सुख जिहड़े ने वो हर थां ते कई बारी मौजूद नहीं होंदे। मान लो शरीर नूं प्यास लगी है, पानी मिलेगा तो शरीर नूं सुख मिलना है ना जी। भुख लगी है, कुछ अंदर जाएगा, शरीर नूं सुख मिलेगा। इहदे वास्ते घट्टो घट्ट तैनूं उदम करना पेगा कि पानी वाली थां ते चल के जाना पेगा। घर विच वे तो उठ के पानी का गिलास फड़ना तो पेगा ही। जे तू ऑर्डर भी कर दिता कि लियाओ पानी का गिलास, फिर हथ नाल फड़ के पीना तो पेगा। उदम तो तैनूं करना ही पेगा, क्योंकि शरीर के सुख हर थां ते नहीं। शरीर नूं उत्थे लैके जाना पेगा जिथे जिवें दा सुख चाहिदा है, वो सुख मिल जाएगा। पर जिहड़े अगे वाले सुख ने, जिन्हों गुरु साहब जी कहते हैं आत्मक सुख, वो सतगुरु जी कृपा करते हैं जो उनकी समझ लग गई, वो हर थां दी है। कित्थे जी? हुण धन गुरु अर्जन देव जी के पावन बचन ने, वो तो इन्नी कृपा करते हैं, तत्ती तवी ते भी बैठ के कहते हैं इत्थे सुख ही सुख है। क्योंकि शरीर के सुख पिछे छड़ दिते, आत्मक सुख है। और शाम का इतिहास भी चलता है, पृथ्वी ने जो पूरी तरह गुरु घर का लंगर ही बंद कर दिता सी कि रस्त बस्त अंदर जानी कोई नहीं, तो भाई गुरदास जी आके एक तरह के नाल सवाल पूछते हैं और उलांभे के तौर पर कि सतगुरु जी इन्ने महीनों बाद आया तो 2 प्रशादे सुके, वो भी छोलियां के प्रशादे। ये कहानी की है? गुरु घर दे विच ते बरकतें बड़ियां ने। और धन गुरु अर्जन देव जी ने जिहड़ा अगों जवाब दिता सी, भाई इहदे विच भी सुख है। रूखो भोजन भूम सैन, प्रिया संग सूख बिहात, ये अगे दे सुख ने। और रब ने, गुरु ने, परमेश्वर ने ये सुख जिहड़ा है अगे वाला हर थां ते पैदा किया। हुण एक विचार होर करियो, आगे सुख मेरे मिता ते पाछे आनंद प्रभ कीता। सुख होर है ते आनंद होर है। सुख शरीर दे ने, आनंद अंदर आत्मा दा है, और आनंद असल में परमेश्वर का रूप है। हुण सतगुरु ने जो कुछ असल में सानू समझाया है कि तू उदम कर, तेरे ये जिहड़ा मन पिछे है शरीर दे, इहदे विच भी सुख आ जाएगा। अगे जिहड़े आउण वाले समय च जिन्हों कहा गया कि अगला सवास आत्मिक सुख, वो सुख भी तैनूं मिलणगे, जरूर मिलणगे। पर उदम तैनूं करना पैना। हुण उदम किवें करना है जी? जिथे गुरु साहिब जी ने पावन बचन बाणी दे विच कहे ने कि भाग उदम लबदंग माया, कि भाई जे तू माया चाहुंदा है कि रुपया पैसा आवे, फिर उदम तो तेनों करना पेगा। तो उदम के नाल एक शब्द गुरु साहब जी ने भाग वरत्या है, भाग उदम लबदंग माया। तू उदम कर, तेरे भागां विच होएगी तो माया मिल जाएगी। हुण देखो इहदा मतलब की है, एक भाग ते उदम। तो जे थोड़ा जिहा नूं सौखे शब्दां विच समझना होवे कि जिवें बहुत सारा दुध होवे, मान लो 95 किलो है या 99 किलो है, तो जे उन्होंने जाग लाउणी है, उनका दही बनाना है, उदम तो उत्थे भी करना पैना। उन्होंने पहलों गर्म करना पेगा। उनदे च जाग जिहड़ी लाउणी है, फिर वो जाग जरूरी नहीं कि दुध 95 किलो तो दही भी 95 किलो विच पवे। दही जे दुध 99 किलो तो दही उत्थे किलो अद्धा किलो भी कम आ जाता है। जाग लाउणी होवे, खट्टा लाउणा होवे, तो वो उन्ने दे नाल जम जाता है। हुण इत्थे दुध किहड़ा ते इत्थे जाग किहड़ी है? जो कुछ गुरु साहब ने समझाया असल में जिहड़ा सी उदम करना है, ये समझ लो दुध की तरह है कि 99% सुख मिलणगे तेरे अपने उदम करके। हुण 99 किलो समझो दुध इकट्ठा कर लिया, उदम बड़ा किया। ये दुध इकट्ठा करने वाला हिसाब है ना जी। 40-40, 50-50, 70-70 साल हो गए, सवेरे भी शामी भी गुरु घर विच भी आए, नितनेम भी किया। ये सारा दुध इकट्ठा किया, उदम तो बड़ा किया।
ਪਰ ਜਿਹੜਾ ਉਦਮ ਕਰਕੇ ਅੱਗੇ ਜਾਗ ਲਾਉਣੀ ਸੀ, ਉਹ ਜਾਗ ਗੁਰੂ ਸਾਹਿਬ ਨੇ ਸਮਝਾਇਆ ਅਸਲ ਵਿੱਚ ਉਹ ਸੀ ਭਾਗ। ਜਿਵੇਂ ਕਿ ਸਾਨੂੰ ਇੰਨੇ ਸਾਲ ਹੋ ਗਏ ਅੰਦਰ ਦਾ ਸੁੱਖ ਤੇ ਮਿਲਿਆ ਨਹੀਂ, ਅੰਦਰ ਫਿਰ ਵੀ ਬੇਚੈਨ ਰਹਿੰਦਾ ਹੈ, ਇਹਦਾ ਮਤਲਬ ਭਾਗ ਕੋਈ ਨਹੀਂ। ਔਰ ਕਈ ਨੇ ਜਿਹੜੇ ਉਹ ਸਿਰਫ ਭਾਗਾਂ ਤੇ ਛੱਡ ਦਿੰਦੇ ਨੇ, ਉਦਮ ਨਹੀਂ ਕਦੇ ਕੀਤਾ, ਉਦਮ ਕਦੇ ਨਹੀਂ ਕੀਤਾ। ਸਮਝਾਇਆ ਬੜਿਆਂ ਨੇ ਕਿ ਭਾਈ ਇੰਨੀ ਸੇਵਾ ਕਰਨਾ, ਤੂੰ ਕੇਸ ਰੱਖ ਖੰਡੇ ਬਾਟੇ ਦੀ ਪਹੁਲ ਲੈ। ਜਵਾਬ ਇੱਕੋ ਮਿਲਦਾ ਕਿ ਜਦੋਂ ਭਾਗਾਂ ਵਿੱਚ ਹੋਵੇਗਾ ਗੁਰੂ ਕਿਰਪਾ ਕਰੇਗਾ। ਉਹ ਸਿਰਫ ਭਾਗਾਂ ਤੇ ਛੱਡ ਦਿੰਦੇ ਨੇ। ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਨਹੀਂ ਭਾਈ, ਇਹ ਕਹਿ ਲੈ ਕਿ 99% ਤੇਰਾ ਉਦਮ ਹੈ, 1% ਭਾਗ ਹੈ। ਉਦਮ ਤੇ ਤੂੰ ਕਰ, ਤੇ ਜੇ ਭਾਗਾਂ ਵਿੱਚ ਹੀ ਨਾ ਹੋਵੇ, ਉਦਮ ਇੰਨਾ ਕੀਤਾ। ਔਰ ਅਸੀਂ ਬਹੁਤ ਸਾਰੇ ਵੇਖਣੇ, ਕਈਆਂ ਦੀ ਉਦਾਹਰਨਾਂ ਮਿਲਦੀਆਂ ਨੇ ਕਿ ਬੰਦਾ ਬਹੁਤਾ ਪੜ੍ਹਿਆ ਲਿਖਿਆ ਨਹੀਂ, ਪੈਟਰੋਲ ਪੰਪ ਤੇ ਪੈਟਰੋਲ ਪਾਉਣ ਦੀ ਨੌਕਰੀ ਕਰਦਾ ਸੀ 200-400 'ਚ, ਵੱਡਾ ਉਹ ਬਿਜ਼ਨਸਮੈਨ ਬਣ ਗਿਆ, ਉਹਨੇ ਭਾਗਾਂ ਨੇ ਸਾਥ ਦਿੱਤਾ, ਬਣ ਗਿਆ। ਹੁਣ ਜੇ ਭਾਗ ਨਾ ਹੋਣ, ਉਦਮ ਇੰਨਾ ਕੀਤਾ ਹੋਵੇ ਕਿ 99 ਕਿਲੋ ਸਮਝ ਲਓ ਦੁੱਧ ਇਕੱਠਾ ਕਰ ਲਿਆ, ਜਾਗ ਲਾਉਣ ਵਾਸਤੇ ਭਾਗ ਹੀ ਕੋਈ ਨਹੀਂ, ਤੇ ਫਿਰ ਸਿੱਖ ਕਰੇ ਕੀ? ਉੱਥੇ ਸਤਿਗੁਰੂ ਜੀ ਨੇ ਸਾਨੂੰ ਸਮਝਾਇਆ ਕਿ ਉੱਥੇ ਫਿਰ ਅਰਦਾਸ ਕਰ, ਕਿਉਂਕਿ ਭਾਗਾਂ ਤੋਂ ਬਿਨਾਂ ਮਿਲਣਾ ਨਹੀਂ। ਤੇ ਜੇ ਭਾਗ ਨਹੀਂ ਤੇ ਫਿਰ ਅਰਦਾਸ ਕਰ, ਤੇ ਅਰਦਾਸ ਕਰਨ ਤੋਂ ਬਾਅਦ ਵੀ ਜੇ ਮਿਲੇ ਨਾ। ਹੁਣ ਗੁਰੂ ਸਾਹਿਬ ਨੇ ਪਹਿਲੋਂ ਤਾਂ ਕਰ ਕਿਰਪਾ ਕੀਤੀ, ਧੰਨ ਗੁਰੂ ਅਰਜਨ ਦੇਵ ਜੀ ਦੇ ਪਾਵਨ ਬਚਨ ਨੇ। ਕਹਿੰਦੇ ਭਾਈ ਤੈਨੂੰ ਅੱਗੇ ਪਿੱਛੇ ਤੇ ਸੁੱਖ ਚਾਹੀਦੇ ਨੇ, ਤੇ ਪਹਿਲੀ ਗੱਲ ਉਦਮ ਕਰ। ਉਦਮ ਕਰੰਦਿਆ ਜਿਉ ਤੂੰ ਕਮਾਵਦਿਆ ਸੁਖ ਪੁੰਚ ਭੋਗ, ਜਿੰਨੇ ਸੁੱਖ ਭੋਗਣੇ ਨੇ ਉਦਮ ਕਰ ਤੇ ਕਮਾ। ਕਿਉਂਕਿ ਜਿਹੜੇ ਰੁਪਈਆ ਪੈਸਾ ਕਮਾਉਣਾ ਹੈ, ਇਹਨੇ ਸਰੀਰ ਨੂੰ ਸੁੱਖ ਦੇਣਾ ਹੈ। ਔਰ ਸਰੀਰ ਦੇ ਸੁੱਖ ਲੈਣ ਵਾਸਤੇ ਵੀ ਸਰੀਰ ਨੂੰ ਥੋੜ੍ਹਾ ਜਿਹਾ ਕਸ਼ਟ ਤੇ ਦੇਣਾ ਪੈਂਦਾ ਹੈ। ਤੂੰ ਉਦਮ ਕਰ ਕਮਾ, ਪਰ ਜੇ ਉਦਮ ਕਰਕੇ ਭਾਗ ਹੀ ਨਾ ਹੋਣ, ਭਾਗਾਂ ਵਿੱਚ ਆਵੇ ਨਾ। ਔਰ ਬੜੀ ਵਾਰੀ ਮਿਲਦਾ ਹੈ ਸੁਣਨ ਨੂੰ ਕਿ ਦੇਖੋ ਇੰਨਾ ਜਪ ਕੀਤਾ, ਇੰਨਾ ਤਪ ਕੀਤਾ, ਇਹਨੇ ਲੰਗਰ ਲਾਏ, ਇਹਨੇ ਅਖੰਡ ਪਾਠ ਸਾਹਿਬ ਕਰਵਾ ਦਿੱਤੇ, ਪਰ ਜੋ ਕੁਛ ਮੰਗਿਆ ਸੀ ਮਿਲਿਆ ਨਹੀਂ, ਆਸ ਨਹੀਂ ਪੂਰੀ ਹੋਈ। ਉਦਮ ਤੇ ਬੜਾ ਕੀਤਾ, ਮਤਲਬ ਭਾਗ ਹੀ ਨਹੀਂ। ਤੇ ਜੇ ਭਾਗ ਨਹੀਂ, ਫਿਰ ਗੁਰੂ ਸਾਹਿਬ ਜੀ ਕਹਿੰਦੇ ਨੇ ਉੱਥੇ ਅਰਦਾਸ ਕਰ, ਕਿਉਂਕਿ ਉਦਮ ਦੇ ਨਾਲ ਭਾਗ ਜ਼ਰੂਰੀ ਨੇ। ਜੇ ਭਾਗ ਨਹੀਂ ਤੇ ਫਿਰ ਅਰਦਾਸ ਕਰ। ਹੁਣ ਇੱਕ ਉਦਮ ਤੇ ਉਸ ਤੋਂ ਬਾਅਦ ਦੀ ਅਰਦਾਸ ਦੀ ਗੱਲ ਹੈ। ਔਰ ਕਈਆਂ ਨੇ ਸਿਰਫ ਅਰਦਾਸ ਤੇ ਛੱਡ ਦਿੱਤਾ, ਅਰਦਾਸ ਕਰੀ ਚਲੋ, ਉਦਮ ਕਰਨ ਦੀ ਲੋੜ ਨਹੀਂ। ਪਰ ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਸਾਨੂੰ ਸਮਝਾਇਆ ਹੈ ਕਿ ਦੇਖੋ ਇਹ ਦੋਵੇਂ ਚੀਜ਼ਾਂ ਚਾਹੀਦੀਆਂ ਨੇ। ਜਿਵੇਂ ਗੁਰੂ ਸਾਹਿਬ ਜੀ ਬਾਣੀ ਦੇ ਵਿੱਚ ਸਾਨੂੰ ਉਦਾਹਰਨਾਂ ਵੀ ਦਿੰਦੇ ਨੇ ਕਿ ਇੱਥੇ ਉਦਮ ਦੇ ਨਾਲ ਭਾਗ, ਜੇ ਭਾਗ ਨਹੀਂ ਤੇ ਫਿਰ ਘੱਟੋ ਘੱਟ ਅਰਦਾਸ। ਤੇ ਉਹ ਅਰਦਾਸ ਜਿਹੜੀ, ਜਿਹਨੂੰ ਗੁਰੂ ਸਾਹਿਬ ਜੀ ਕਹਿੰਦੇ ਨੇ ਬਿਨ ਬੋਲਿਆ ਸਭ ਕੁਝ ਜਾਣਦਾ, ਕਿਸ ਕੀਚੈ ਆਗੈ ਅਰਦਾਸ। ਤੇ ਉਹ ਅਰਦਾਸ ਜਿੰਦੇ ਅੱਗੇ ਕਰਨੀ ਬਿਨ ਬੋਲਿਆ ਜਾਣਦਾ ਤੇ ਹੈ। ਪਰ ਇੱਕ ਵਾਰੀ ਉਹ ਅਰਦਾਸ ਕਰ, ਔਰ ਇਹ ਜੇ ਕਹਿ ਲਈਏ ਕਿ ਮਨੁੱਖ ਦੇ ਅੰਦਰੋਂ ਉਹ ਅਰਦਾਸ ਨਿਕਲਦੀ ਇੱਕੋ ਵਾਰੀ ਹੈ। ਤੇ ਉਹ ਅਰਦਾਸ ਕੋਈ 5, 7, 10 ਮਿੰਟ ਦੀ ਨਹੀਂ ਹੁੰਦੀ। ਅਸਲ ਵਿੱਚ ਉਹ ਅਰਦਾਸ ਇਹ ਕਹਿ ਲਈਏ ਕਿ 2-4 ਸਕਿੰਟ ਦੀ ਵੀ ਹੈ, ਪਰ ਨਿਕਲਦੇ ਕਦੇ ਕਿਸੇ ਵੱਡੇ ਭਾਗਾਂ ਵਾਲ ਭਾਗ ਤੇ ਫਿਰ ਕਿਰਪਾ ਕੀਤੀ। ਜੇ ਭਾਗ ਨਹੀਂ ਤੇ ਉਹ ਅਰਦਾਸ ਕਿਤੇ ਤਰ੍ਹਾਂ ਨਿਕਲ ਆਵੇ, ਨਿਕਲਦੀ ਇੱਕੋ ਵਾਰੀ ਹੈ। ਔਰ ਉਸੇ ਅਰਦਾਸ ਨੂੰ ਗੁਰੂ ਸਾਹਿਬ ਜੀ ਕਹਿੰਦੇ ਨੇ ਉਹ ਕਦੇ ਵਿਅਰਥ ਨਹੀਂ ਹੁੰਦੀ। ਬਿਰਥੇ ਕਦੇ ਨਾ ਹੋਵੇ ਜਨ ਕੀ ਅਰਦਾਸ। ਬਸ ਉਹ ਅਰਦਾਸ ਕਰ। ਜੇ ਭਾਗ ਨਹੀਂ ਤੇ ਫਿਰ ਅਰਦਾਸ ਕਰ, ਕਿਉਂਕਿ ਚਾਹੀਦੇ ਦੋਵੇਂ ਚੀਜ਼ਾਂ ਤੇ ਚਾਹੀਦੀਆਂ ਨੇ। ਉਦਮ ਦੇ ਨਾਲ ਭਾਗ, ਜੇ ਭਾਗ ਨਹੀਂ ਫਿਰ ਉਦਮ ਦੇ ਨਾਲ ਅਰਦਾਸ। ਔਰ ਸਤਿਗੁਰੂ ਜੀ ਉਦਾਹਰਨਾਂ ਦਿੰਦੇ ਨੇ ਕਿਵੇਂ, ਕਹਿੰਦੇ ਦੋ ਮਿਲ ਕਾਰਜ ਉਪਜੈ ਰਾਮ ਨਾਮ ਸੰਜੋਗ। ਜੇ ਉਹਦੇ ਨਾਲ ਤੂੰ ਸੰਜੋਗ ਬਣਾਉਣਾ ਹੈ, ਉਹਦੇ ਨਾਲ ਮਿਲਣਾ ਤੇ ਕਾਰਜ ਦੋਵੇਂ ਚਾਹੀਦੇ ਨੇ। ਦੋਵਾਂ ਤੋਂ ਬਿਨਾਂ ਗੱਲ ਬਣਨੀ ਨਹੀਂ। ਤੇ ਇਹਨਾਂ ਦੋਵਾਂ ਦੇ ਨਾਲ ਉਦਮ ਗੁਰੂ ਸਾਹਿਬ ਜੀ ਨੇ ਦੋਵਾਂ ਥਾਵਾਂ ਤੇ ਰੱਖਿਆ। ਭਾਗਾਂ ਤੋਂ, ਭਾਗ ਦੇ ਨਾਲ ਉਦਮ ਚਾਹੀਦਾ ਹੈ, ਜੇ ਭਾਗ ਨਹੀਂ ਤੇ ਉਦਮ ਦੇ ਨਾਲ ਅਰਦਾਸ ਚਾਹੀਦੀ ਹੈ। ਕਿਵੇਂ ਜੀ? ਹੁਣ ਜਿਵੇਂ ਬੀਜ ਬੜਾ ਕੀਮਤੀ ਹੋਵੇ,
ਮਹਿੰਗੇ ਤੋਂ ਮਹਿੰਗਾ ਬੀਜ ਲੈ ਕੇ ਪਾ ਦਿਓ, ਜ਼ਮੀਨ ਵੀ ਬੜੀ ਉਪਜਾਊ ਹੋਵੇ, ਉੱਗ ਵੀ ਜਾਏ, ਪਰ ਉਸ ਜ਼ਮੀਨ ਦੇ ਵਿੱਚ ਐਡਾ ਕੀਮਤੀ ਬੀਜਿਆ ਹੋਇਆ ਮਿਹਨਤ ਕਰਕੇ ਵੀ ਉੱਗ ਵੀ ਪਵੇ, ਬਾਅਦ ਵਿੱਚ ਉਹਨੂੰ ਪਾਣੀ ਨਾ ਮਿਲੇ, ਨਾ ਮਿਹਨਤ ਕਿਸੇ ਕੰਮ ਦੀ, ਨਾ ਬੀਜ ਕਿਸੇ ਕੰਮ ਦਾ ਰਿਹਾ, ਇਹ ਕਹਿ ਲਈਏ ਕਿ ਫਿਰ ਜ਼ਮੀਨ ਵੀ ਕਿਹੜੇ ਕੰਮ ਦੀ ਜਿਹਨੂੰ ਪਾਣੀ ਨਹੀਂ ਮਿਲਿਆ। ਹੁਣ ਗੁਰੂ ਸਾਹਿਬ ਜੀ ਕਹਿੰਦੇ ਚਾਹੀਦਾ ਭਾਈ ਦੋਵੇਂ ਕੁਛ ਹੈ, ਮਿਹਨਤ ਚਾਹੀਦੀ, ਮਿਹਨਤ ਦੇ ਨਾਲ ਜੇ ਭਾਗ ਨਹੀਂ ਤੇ ਫਿਰ ਅਰਦਾਸ ਚਾਹੀਦੀ ਹੈ। ਹੁਣ ਦੋ ਚੀਜ਼ਾਂ ਜ਼ਰੂਰੀ ਨਹੀਂ, ਜਿਵੇਂ ਸਾਜ਼ ਪਏ ਨੇ, ਹਾਰਮੋਨੀਅਮ ਤਬਲਾ ਗੁਰੂ ਕੇ ਕੀਰਤਨੀ ਸਿੱਖ ਆਉਣਗੇ ਤੇ ਉਹ ਵਜਾਉਣਗੇ, ਕਿਉਂਕਿ ਤਬਲੇ ਨੇ ਆਪਣੇ ਆਪ 3 ਤਾਲ ਸ਼ੁਰੂ ਨਹੀਂ ਕਰ ਦੇਣਾ, ਇਹ ਵਜਾਉਣਾ ਪਏਗਾ, ਉਦਮ ਕਰਨਾ, ਉਦਮ ਦੇ ਨਾਲ ਅਰਦਾਸ ਚਾਹੀਦੀ ਹੈ। ਜਿਵੇਂ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ 2 ਮਿਲ ਕਾਰਜ ਉਪਜੈ, ਬਾਬਾ ਕਬੀਰ ਜੀ ਨੇ ਉਦਾਹਰਣ ਦਿੱਤੀ ਕਿ ਜੈਸੇ ਮਾਤ, ਜਿਵੇਂ ਮਾਂ ਪਿਓ ਤੋਂ ਬਿਨਾਂ ਉਹ ਕਹਿੰਦੇ ਨੇ ਕਿ ਜੇ ਬੱਚਾ ਚਾਹੀਦਾ ਹੈ ਮਾਤ ਪਿਤਾ ਬਿਨ ਬਾਲ ਨਾ ਹੋਈ, ਬਿੰਬ ਬਿਨਾ ਕਿਸੇ ਕੱਪੜੇ ਧੋਈ, ਬੱਚਾ ਚਾਹੀਦਾ ਹੈ ਤੇ ਮਾਂ ਵੀ ਚਾਹੀਦੀ ਹੈ, ਇਕੱਲੀ ਮਾਂ ਨਹੀਂ ਫਿਰ ਪਿਓ ਵੀ ਚਾਹੀਦਾ ਹੈ। ਬੱਚਾ ਚਾਹੀਦਾ ਇਕੱਲਾ ਪਿਓ ਨਹੀਂ, ਮਾਂ ਵੀ ਚਾਹੀਦੀ ਹੈ, ਮਾਂ ਪਿਓ ਦੋਵੇਂ ਹੋਣ ਤੇ ਬੱਚੇ ਦਾ ਜਨਮ ਹੋਏਗਾ। ਸ਼ਰਤਾਂ ਪੂਰੀਆਂ ਕਰੋ ਜਿਹੜੀ ਕੁਦਰਤ ਨੂੰ ਚਾਹੀਦੀਆਂ ਨੇ। ਕੱਪੜਾ ਧੋਣਾ ਤੇ ਬਾਬਾ ਕਬੀਰ ਜੀ ਕਹਿੰਦੇ ਨੇ ਸਾਬਣ ਤੋਂ ਬਿਨਾਂ ਉਹ ਕੱਪੜਾ ਧੋਤਾ ਨਹੀਂ ਜਾਣਾ, ਪਰ ਇਕੱਲਾ ਸਾਬਣ ਕਿਸੇ ਕੰਮ ਦਾ ਨਹੀਂ ਜੇ ਪਾਣੀ ਨਾ ਮਿਲੇ। ਕੱਪੜਾ ਮੈਲਾ ਹੋਵੇ ਤੇ ਪਾਣੀ ਵੀ ਕਿਸੇ ਕੰਮ ਦਾ ਨਹੀਂ ਜੇ ਸਾਬਣ ਹੀ ਨਹੀਂ, ਸਰਫ ਨਹੀਂ, ਪਾਣੀ ਦੇ ਵਿੱਚੋਂ ਉਹ ਮੈਲ ਨਿਕਲਣੀ ਨਹੀਂ। ਹੁਣ ਸਤਿਗੁਰੂ ਜੀ ਨੇ ਇੱਥੇ ਕਿਰਪਾ ਕਰਕੇ ਸਮਝਾਇਆ, ਅਸਲ ਵਿੱਚ ਇਹ ਦੋਵੇਂ ਚਾਹੀਦੀਆਂ ਨੇ, ਤੇ ਜਿੰਦੇ ਅੰਦਰੋਂ ਇਹ ਅਰਦਾਸ ਨਿਕਲ ਆਵੇ, ਜੇ ਭਾਗ ਨਹੀਂ ਤੇ ਫਿਰ ਅਰਦਾਸ। ਹੁਣ ਇਸ ਤੋਂ ਅੱਗੇ ਸਵਾਲ ਇੱਕ ਹੋਰ ਹੁੰਦਾ ਪੈਦਾ ਕਿ ਸਾਡੇ ਤੇ ਭਾਗਾਂ ਵਿੱਚ ਵੀ ਕੁਝ ਨਹੀਂ, ਅਰਦਾਸ ਵੀ ਬੜੀ ਕੀਤੀ, ਉਦਮ ਕਰਦੇ ਰਹੇ, ਉਦਮ ਨਹੀਂ ਛੱਡਿਆ, ਨਾ ਹੀ ਭਾਗਾਂ ਦੇ ਵਿੱਚੋਂ ਕੁਝ ਮਿਲਿਆ, ਨਾ ਹੀ ਅਰਦਾਸ ਕਰਕੇ ਕੁਝ ਮਿਲਿਆ, ਤੇ ਫਿਰ ਗੁਰੂ ਕਾ ਸਿੱਖ ਕੀ ਕਰੇ। ਹੁਣ ਅਸਲ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਨੇ ਫਿਰ ਵੀ 2 ਚੀਜ਼ਾਂ ਤੇ ਚਾਹੀਦੀਆਂ ਨੇ। ਉਦਮ ਹਰ ਇੱਕ ਚੀਜ਼ ਦੇ ਨਾਲ ਜੋੜਿਆ, ਜੇ ਉਦਮ ਦੇ ਨਾਲ ਭਾਗ ਨਹੀਂ, ਅਰਦਾਸ ਵੀ ਸੁਣੀ ਨਹੀਂ ਗਈ, ਜਾਂ ਇਹ ਕਹਿ ਲਈਏ ਕਿ ਤੇਰੀ ਪੂਰੀ ਨਹੀਂ ਹੋਈ, ਜਾਂ ਇਹ ਕਹਿ ਲਈਏ ਤੈਨੂੰ ਕਰਨੀ ਨਹੀਂ ਆਈ, ਤੇ ਫਿਰ ਭਾਣੇ ਦੇ ਵਿੱਚ ਰਹੋ। ਚੀਜ਼ਾਂ ਫਿਰ ਵੀ 2 ਹੀ ਚਾਹੀਦੀਆਂ ਨੇ, ਉਦਮ ਤੇ ਭਾਣਾ। ਜਿੱਥੇ ਗੁਰੂ ਸਾਹਿਬ ਜੀ ਕਹਿੰਦੇ ਨੇ ਆਗਿਆ ਮੈਂ ਸੁਖ, ਉਹਦੇ ਆਗਿਆ ਦੇ ਵਿੱਚ ਜੇ ਦੁੱਖ ਮਿਲ ਜੇ, ਭੁੱਖ ਮਿਲ ਜੇ, ਬਸ ਉਹਦੇ ਵਿੱਚ ਤੂੰ ਖੁਸ਼ ਰਹਿ। ਆਗਿਆ ਮੈਂ ਭੂਖ ਸੋਏ ਕਰ ਸੁਖਾ, ਉਹਦੇ ਆਗਿਆ ਦੇ ਵਿੱਚ ਭੁੱਖ ਮਿਲ ਜੇ, ਦੁੱਖ ਮਿਲ ਜੇ, ਬਸ ਉਹਦੇ ਵਿੱਚ ਹੀ ਤੂੰ ਸੁੱਖ ਮਨਾ ਲਈ। ਹੁਣ ਅਸਲ ਵਿੱਚ ਇਹ ਭਾਣਾ ਹੈ ਕਿ ਜਿਹਨੂੰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਤੇ ਰੋਜ਼ ਨੇ ਕਿ ਜਦੋਂ ਭਾਣੇ ਵਿੱਚ ਰਹਿਣਾ ਆ ਜਾਵੇ, ਫਿਰ ਅਸਲ ਵਿੱਚ ਇਹ ਦੁੱਖ ਤੇ ਸੁੱਖ ਇਹ ਹੈ ਤੇ ਦੋਵੇਂ ਇੱਕ ਤਰ੍ਹਾਂ ਦਾ ਭਾਰ ਹੀ ਨੇ। ਜਦੋਂ ਭਾਣੇ ਦੇ ਵਿੱਚ ਰਹਿਣਾ ਆ ਜਾਵੇ, ਫਿਰ ਗੁਰੂ ਕਾ ਸਿੱਖ ਇਸ ਦੁੱਖ ਤੋਂ ਵੀ ਉੱਤੇ ਉੱਠ ਜਾਂਦਾ ਤੇ ਸੁੱਖ ਤੋਂ ਵੀ। ਫਿਰ ਤੋਂ ਦੀ ਅਰਦਾਸ ਇਹ ਹੁੰਦੀ ਹੈ ਕਿ ਸਤਿਗੁਰੂ ਜੀ ਕਿਰਪਾ ਕਰੀ, ਹੁਣ ਭਾਣੇ ਦੇ ਵਿੱਚ ਰੱਖ ਲਈ, ਦੁੱਖ ਜਿੰਨੇ ਮਰਜ਼ੀ ਦੇ ਦੀ, ਕਿਉਂਕਿ ਨਹੀਂ ਤੇ ਹਰ ਇੱਕ ਮਨੁੱਖ ਦੀ ਚਾਹਤ ਤੇ ਹੁੰਦੀ ਕਿ ਸੁੱਖ ਮਿਲੇ। ਪਰ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਉੱਤੇ ਕਿਰਪਾ ਕੀਤੀ ਕਿ ਜਦੋਂ ਭਾਣੇ ਵਿੱਚ ਰਹਿਣਾ ਆ ਜਾਏ, ਫਿਰ ਸਤਿਗੁਰੂ ਜੀ ਨੂੰ ਪਾਵਨ ਬਚਨ ਜਪਜੀ ਸਾਹਿਬ ਵਿੱਚ ਕਹੇ ਨੇ ਕਿ ਕਿਤਿਆ ਦੁੱਖ ਭੂਖ ਸਦ ਮਾਰ, ਇਹ ਸਾਰਾ ਕੁਝ ਮਿਲ ਜੇ, ਦੁੱਖ ਵੀ ਮਿਲ ਜੇ, ਭੁੱਖ ਵੀ ਮਿਲ ਜੇ, ਕਈ ਤਰ੍ਹਾਂ ਦੀ ਮਾਰ, ਸਰੀਰਕ ਬਿਮਾਰੀਆਂ ਦੀ ਮਾਰ, ਆਰਥਿਕ ਮਾਰ, ਇਹ ਸਾਰਾ ਕੁਝ ਪੱਲੇ ਪੈ ਜੇ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਫਿਰ ਜਿਹੜਾ ਭਾਣੇ ਵਿੱਚ ਰਹਿੰਦਾ ਉਹ ਕਹਿੰਦਾ ਇਹ ਵੀ ਦਾਤ ਤੇਰੀ ਦਾਤਾਰ, ਕੋਈ ਗੱਲ ਨਹੀਂ, ਮਿਲ ਗਿਆ, ਤੇਰੀ ਦਿੱਤੀ ਹੋਈ ਦਾਤ ਹੈ। ਤੇ ਜਦੋਂ ਭਾਣੇ ਦੇ ਵਿੱਚ ਰਹਿ ਗਿਆ, ਅਸਲ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਨੇ ਉਦੋਂ ਤੇਰੇ ਅੱਗੇ ਵੀ ਸੁੱਖ ਤੇ ਪਿੱਛੇ ਵੀ ਸੁੱਖ। ਔਰ ਫਿਰ ਬੇਨਤੀ ਕਰਦੇ ਪਿੱਛੇ ਜਿੱਥੇ ਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ ਸਰੀਰ ਹੈ, ਅੱਗੇ ਆਤਮਿਕ ਸੁੱਖ ਨੇ। ਜੋ ਜੋ ਹੁਕਮ ਪਇਓ ਸਾਹਿਬ ਕਾ, ਜਦੋਂ ਹੁਕਮ ਦੇ ਵਿੱਚ ਰਹਿਣਾ ਆ ਗਿਆ, ਸੋ ਮੱਥੇ ਲੈ ਮੰਨਿਓ। ਦੁੱਖ ਮਿਲ ਜੇ ਤਾਂ ਵੀ ਮੱਥੇ ਤੇ ਕਰਕੇ ਮੰਨ ਲਿਆ, ਸੁੱਖ ਮਿਲ ਗਿਆ ਤੇ ਤਾਂ ਵੀ ਸਤ ਭਜਨ ਕਰਕੇ ਹੰਡਾ ਲਿਆ।
क्योंकि जिन्हों ये आग्या दे विच रहना आ जाए फिर वो ये पावन वचन पढ़ता ही नहीं, कला अपने उत्ते लागू भी करता है कि जे सुख देहन तां तुझे आराधी, दुख भी तुझे ते आई। हुण सतगुर जी किरपा करते हैं, जे उदम कर, उदम दे नाल भाग, ते भाग नहीं तो फिर अरदास कर। क्योंकि अरदास जिहड़ी इक्को वारी निकलती है वो अरदास ते कई उनदे विच बोल कोई नहीं हुंदे। देखो ये अरदास जिहड़ी असीं करने हैं ये साडी मर्यादा है, करनी चाहिए सब नूं, पर जिहड़ी अंदरों अरदास निकलती उनदे विच बोल नहीं। धन गुरु तेग बहादुर साहिब जी ने इत्थों तक समझाया कि अरदास ते जे कदे पशु के अंदरों भी निकले रब ने तो उन्होंने भी बचाया। जो पशु भी अरदास करता है कदे उनदे विच बोल तो कोई नहीं। और सतगुरु के पावन वचन ने कि जब हे शरण गहे कृपा निध, गज ग्राह ते छुटा। हुण हाथी कोल किहड़े उन्हें कोई डिप्लोमा थोड़ी किया अरदास का, बोल कोई नहीं, पर अंदर दी वो आवाज़ है जिन्हों गुरु साहिब जी कहते हैं बिना बोलिया वो जानता है, वो अरदास कर। नहीं तो बाहरले कई बार धर्म के किए हुए कर्म जिन्हों असीं समझने कि उदम असीं बड़ा किया, पर ये धर्म के किए हुए कर्मां विच जे कोई ना कोई असीं मनौत लैके चलना कि सानूं ये मिल जे। और बहुतात गिनती विच, सारे नहीं मैं कहांगा, पर बहुतात गिनती विच हुंदा ही कुछ है कि ये कुछ मिल जे, ये काम पूरा हो जे, तां शर्त रखते हैं गुरु नाल कि तां लंगर लावांगा, तां अखंड पाठ साहिब करावांगा। तो जदों फिर इवें विच तां वाली शर्त आ जाए तो गुरु साहिब जी कहते हैं फिर इवें दे कीते हुए कर्म, इवें दे कीते हुए उदम भाई उन्होंने भी जाग लाने वास्ते शरधा भावना तेरे कोल जे है ही नहीं, तो सच है फिर वो प्रेम अंदर पैदा होना नहीं, वो जाग लगनी नहीं। और सतगुरु के पावन वचन ने कि इवें दे कर्म भी बड़े करके देखे, प्यारे इन बिद मिलन ना जाई, मैं किए कर्म अनेका, उरे कर्म ही निसारे। बड़े कीते, उदम बड़े कीते, पर कहते हुण जदों अरदास निकलती है फिर कहता है कि हार परियो स्वामी कै दुआरे, तीजा बुद्ध विवेका। धन गुरु नानक देव सच्चे पातशाह कहते तेरी शरण विच हार के आया, बस बुद्ध विवेक बुद्ध दिओ। तो जदों विवेक बुद्ध मिलेगी असल विच अगे पिछे सुख होणगे। उदों आगे सुख मेरे मीता, पाछे आनंद प्रभ कीता। दा भाव अर्थ है कि मन विचकार है, मन के पिछे पिछे शरीर चलता है, शरीरिक सुख भी मिल जाना। जे मन टिक जे फिर आत्मिक सुख भी मिलणगे। और अरदास बेनती यही है कि तू कृपा कर ये अगे पिछे दे सुख दे। और धन गुरु अर्जन देव जी कहते उन्हें सुख पैदा किए हुए ने, दिंदा है, बस इनू लैना तू है। अगली पावन पंक्तियों में समझाया, कहते परमेश्वर बनत बनाई, कि वो सुख देने वास्ते एक एक कोल कल्ले कल्ले कोल चल के नहीं आउंदा। परमेश्वर ने बनतर ऐसी बना दी है। हुण देखो किवें दी बनतर बनाई। धन गुरु अर्जन देव जी ने सुखमणी साहिब दे विच एक पावन बचन किया है, पूरा पता ही है कि किवें दी बनत बनाई। जिथे गुरु साहिब जी कहते हैं जदों बिरद भया ऊपर साग सैन, ये बनती बनाई ना, बच्चा सी, बालक सी, माँ ने प्यो ने सेवा की, उन्होंने सेवा कहते हैं कि बच्चे के हथ नहीं चलते, पैर नहीं काम करते, मूँह दे विच दंद कोई नहीं, दंदा तो बिना कोई भोजन नहीं चबा सकता, पर माँ बाप ने सेवा की ना, ये रब ने बनतर बनाई है। और ये जड़ा बिरद पया उपर साग सैन, जदों बिरद हो गया वो बच्चे जिन्होंने किसी दिन तू अपने हत्थां नाल खवाउणा सा, अज वो तेरे हथ बन गए। अज वो नौवां धीआं, वो पुत्र पुत्रे तेरे पैर बन गए कि जे बैठे हुए तेरे मूँह दे विच प्रशादा पाउंदे ने, जल छकाउंदे ने। इनू भाग भी कह लीए, क्योंकि ये तो वेख्या सी पहलों कि बाहरले देशों में ये सुख असल में हुण बहुतात गिनती में लोगों को नहीं मिलते। इत्थे अपने देश में भी देखा सी वड्डे वड्डे शहरों के ये सुख नहीं मिलते, बहुत घट ने।
ਔਰ ਸ਼ਹਿਰਾਂ ਤੋਂ ਬਾਅਦ ਇਹ ਪਿੰਡਾਂ ਵਿੱਚ ਵੀ ਆ ਗਏ ਨੇ ਕਿ ਜਿਹੜਾ ਸੁੱਖ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਰੱਬ ਨੇ ਤੇ ਬੰਤਰ ਬਣਾਈ ਸੀ ਬਿਰਧ ਪਾਇਆ ਉੱਪਰ ਸਾਖ ਸੈਣ, ਪਰ ਉਹ ਹੀ ਸਾਖ ਸੈਣ ਜਦੋਂ ਬਿਰਧ ਹੋਏ ਨੂੰ ਫਿਰ ਬਿਰਧ ਆਸ਼ਰਮ ਛੱਡ ਕੇ ਆ ਜਾਣ। ਇਹਦਾ ਮਤਲਬ ਰੱਬ ਦੇ ਬਣਤਰ ਬਣਾਈ ਹੋਈ ਨੂੰ ਉਹ ਜਾਣ ਬੁੱਝ ਕੇ ਵਿਗਾੜ ਰਹੇ ਨੇ। ਔਰ ਕਾਰਨ ਇਹ ਬਹੁਤਾਤ ਲੋਕ ਬਾਹਰਲੇ ਦੇਸ਼ਾਂ ਵਿੱਚ ਸੀ, ਆਪਣੇ 'ਚ ਵੀ ਆ ਗਿਆ ਕਿ ਕੁੱਤੇ ਬਿੱਲੀਆਂ ਪਾਲਣ ਦਾ ਜਿਵੇਂ ਸ਼ੌਂਕ ਇੰਨਾ ਜ਼ਿਆਦਾ ਹੈ, ਤੇ ਜਦੋਂ ਵਿਚਾਰ ਕਰੀਏ ਫਿਰ ਕਰਨਗੇ ਕਿ ਕਈ ਦੇਸ਼ ਐਸੇ ਨੇ ਜਿਨ੍ਹਾਂ ਵਿੱਚ 16 ਸਾਲ ਦਾ ਹੋਇਆ ਬੱਚਾ ਬੱਚੀ ਬਸ ਫਿਰ ਪਤਾ ਹੀ ਨਹੀਂ ਕਿੱਧਰ ਨੂੰ ਗਏ, ਕਈ ਸਾਲ ਮਾਂ ਪਿਓ ਨਾਲ ਮਿਲੇ ਹੀ ਨਹੀਂ। ਹੁਣ ਉਹ ਬਜ਼ੁਰਗ ਨੇ ਬਿਰਧ ਨੇ ਕੋਈ ਤਾਂ ਚਾਹੀਦਾ ਹੈ, ਕੁੱਤੇ ਪਾਲੇ ਔਰ ਕੁੱਤਾ ਹੈ ਵੀ ਵਫਾਦਾਰ। ਜਦੋਂ ਗੁਰੂ ਸਾਹਿਬ ਜੀ ਵਫਾਦਾਰੀ ਦੇ ਬਾਰੇ ਸਮਝਾਉਂਦੇ ਨੇ ਫਿਰ ਕਹਿੰਦੇ ਨੇ ਭਾਈ ਜੇ ਤੂੰ ਬੰਦਗੀ ਕਰਨੀ ਹੈ ਪਰਮੇਸ਼ਰ ਦੇ ਨਾਲ ਜੁੜਨਾ ਹੈ ਤੇ ਫਿਰ ਇਵੇਂ ਕਰੀ, ਕੁੱਤੇ ਨੂੰ ਭਾਵੇਂ ਮਾਲਕ ਕਈ ਵਾਰੀ ਕੁੱਟਦਾ ਵੀ ਹੈ ਮਾਰਦਾ ਵੀ ਪਰ ਘਰ ਛੱਡ ਕੇ ਜਾਂਦਾ ਨਹੀਂ। ਇਹ ਸਰੀਰ ਤੇ ਦੁੱਖ ਆ ਜਾਣ, ਆਰਥਿਕ ਤੌਰ ਤੇ ਕਸ਼ਟ ਆ ਜਾਣ, ਇਹਨੂੰ ਰੱਬ ਦੀ ਮਾਰ ਸਮਝ ਕੇ ਉਹਦੇ ਦਾਤ ਸਮਝ ਲਈ, ਪਰ ਉਹਦੇ ਸਾਈਂ ਦਾ ਦਰ ਛੱਡੀ ਨਾ। ਸੁਆਮੀ ਕੋ ਗ੍ਰਹਿ ਜੋ ਸਦਾ ਸੁਵਾਨ ਤਜਿਤ ਨਹੀਂ ਨਿਤ। ਸਤਿਗੁਰੂ ਜੀ ਕਹਿੰਦੇ ਨੇ ਨਾਨਕ ਇਹ ਬਿਦ ਹਰ ਭਜੋ ਇੱਕ ਮਨ ਹੋਏ ਇੱਕ ਚਿੱਤ। ਇਹ ਰੱਬ ਨੇ ਬੰਤਰ ਬਣਾਈ ਹੈ ਭਾਈ। ਜੇ ਬਿਰਧ ਹੋ ਗਿਆ ਉੱਤੇ ਸਾਖ ਸੰਬੰਧੀ ਦਿੱਤੇ ਨੇ ਰੱਬ ਨੇ, ਇਹ ਬੰਤਰ ਬਣਾਈ ਹੋਈ ਹੈ। ਪਰਮੇਸ਼ਰ ਬਣਤ ਬਣਾਏ ਫਿਰ ਡੋਲਤ ਕਤੂ ਹੋ ਨਹੀਂ, ਤੇ ਭਾਈ ਗੁਰੂ ਕੇ ਸਿੱਖਾ ਫਿਰ ਕਦੇ ਡੋਲੀ ਨਾ। ਬਸ ਤੂੰ ਆਪਣੇ ਫਰਜ਼ ਨੂੰ ਨਿਭਾਉਂਦਾ ਚੱਲੀ, ਰੱਬ ਨੇ ਬੰਤਰ ਬਣਾਈ ਹੋਈ ਹੈ। ਹੁਣ ਰਹਾਉ ਦੀਆਂ ਪੰਕਤੀਆਂ ਵਿੱਚ ਗੁਰੂ ਸਾਹਿਬ ਨੇ ਫਿਰ ਇਹੀ ਸਮਝਾਇਆ, ਕਹਿੰਦੇ ਸਾਚੇ ਸਾਹਿਬ ਸਿਓ ਮਨ ਮਾਨਿਆ, ਕਿਉਂਕਿ ਮਨਾਉਣਾ ਤੇ ਮਨ ਨੂੰ ਹੀ ਹੈ। ਮਨ ਮੰਨ ਗਿਆ ਫਿਰ ਅੱਗੇ ਵੀ ਸੁੱਖ ਤੇ ਪਿੱਛੇ ਵੀ ਸੁੱਖ। ਅਸਲ ਵਿੱਚ ਬੰਦਾ ਬਹੁਤਾ ਦੁਖੀ ਹੁੰਦਾ ਹੀ ਮਨ ਕਰਕੇ ਹੈ, ਇਹ ਮਨ ਹੀ ਦੁਖੀ ਕਰਦਾ ਹੈ। ਔਰ ਬਹੁਤਾ ਦੁਖੀ ਬੰਦਾ ਆਪਣੇ ਦੁੱਖਾਂ ਕਰਕੇ ਨਹੀਂ, ਗੁਆਂਢੀ ਤੇ ਸੁੱਖਾਂ ਕਰਕੇ ਹੋ ਜਾਂਦਾ ਹੈ। ਮਨ ਬੇਚੈਨ ਹੁੰਦਾ ਨਾ, ਟਿਕਣ ਨਹੀਂ ਦਿੰਦਾ। ਗੁਰੂ ਸਾਹਿਬ ਜੀ ਕਹਿੰਦੇ ਮਨ ਮੰਨ ਗਿਆ, ਤੇ ਜਦੋਂ ਮਨ ਮੰਨ ਗਿਆ ਸਮਝ ਲੱਗ ਗਈ ਹਰ ਸਰਬ ਨਿਰੰਤਰ ਜਾਣਿਆ ਰੱਬ ਪਰਮੇਸ਼ਰ ਲਗਾਤਾਰ। ਨਿਰੰਤਰ ਦਾ ਅਰਥ ਲਗਾਤਾਰ ਹੈ ਕਿ ਲਗਾਤਾਰ ਹਰ ਦੇ ਵਿੱਚ, ਹਰ ਕਿਸੇ ਦੇ ਵਿੱਚ, ਹਰ ਥਾਂ ਤੇ ਮੌਜੂਦ ਹੈ। ਰਹਾਉ ਸਭ ਜੀ ਤੇਰੇ ਦਇਆਲਾ। ਹੁਣ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਫਿਰ ਬਖਸ਼ਿਸ਼ ਕਰਦੇ ਨੇ, ਹੇ ਦਇਆ ਦੇ ਖਜ਼ਾਨੇ ਰੱਬ ਪਰਮੇਸ਼ਰ ਜੀ, ਇਹ ਸਾਰੇ ਜੀ ਤੇਰੇ ਪੈਦਾ ਕੀਤੇ ਹੋਏ ਨੇ। ਹੁਣ ਸਾਰੇ ਅੰਦਰ ਤਾਂ ਸਭ ਤੇਰੇ ਪੈਦਾ ਕੀਤੇ ਹੋਏ ਨੇ, ਪਰ ਅੱਗੇ ਜਿਹੜਾ ਬਚਨ ਕਿਹਾ ਕਿ ਆਪਣੇ ਭਗਤ ਕਰੈ ਪ੍ਰਤਪਾਲਾ, ਤੂੰ ਆਪਣੇ ਭਗਤ ਜਨਾਂ ਦੀ ਵਿਸ਼ੇਸ਼ ਤੌਰ ਤੇ ਪ੍ਰਤਪਾਲਣਾ ਕਰਦਾ ਹੈ। ਸਵਾਲ ਫਿਰ ਪੈਦਾ ਹੁੰਦਾ, ਜੇ ਭਗਤਾਂ ਦੀ ਪ੍ਰਤਪਾਲਣਾ ਵਿਸ਼ੇਸ਼ ਤੌਰ ਤੇ ਕਰਦਾ ਹੈ ਤੇ ਫਿਰ ਉਹ ਨਿਰਵੈਰ ਕਿਵੇਂ ਹੋਇਆ? ਜੇ ਭਗਤਾਂ ਦੇ ਵਿਸ਼ੇਸ਼ ਪ੍ਰਤਪਾਲਣਾ ਕਰਦਾ ਤੇ ਬਾਕੀ ਪੈਦਾ ਕੀਤੇ ਹੋਏ ਤੂੰ ਹੁੰਦੇ ਨੇ। ਹੁਣ ਦੇਖੋ ਇਹ ਉਦਾਹਰਣ ਸਮਝਣ ਹੋਏ ਆਪਾਂ ਆਪਣੇ ਘਰਾਂ ਦੇ ਵਿੱਚੋਂ, ਆਮ ਘਰ ਦੇ ਵਿੱਚ ਇੱਕ ਧੀ ਹੈ, ਪੁੱਤਰ ਹੈ, ਜਾਂ 2-4 ਧੀ ਪੁੱਤਰ ਨੇ, ਉਹਨਾਂ ਦੇ ਵਿੱਚੋਂ 3 ਜਿਹੜੇ ਨੇ ਬਿਲਕੁਲ ਕਹਿਣਾ ਮੰਨਣੀ ਨਾ। ਔਰ ਕਹਿਣਾ ਮੰਨਣਾ ਤੇ ਦੂਰ ਦੀ ਗੱਲ, ਅੱਗੋਂ ਸਗੋਂ ਬੋਲਣ ਵੀ ਪੁੱਠਾ। ਇਹਦਾ ਮਤਲਬ ਇਹ ਨਹੀਂ ਕਿ ਮਾਂ ਪਿਓ ਉਹਨਾਂ ਦੇ ਨਾਲ ਪਿਆਰ ਨਹੀਂ ਕਰਦਾ, ਕਿਉਂਕਿ ਬੋਲਦੇ ਪੁੱਠਾ ਨੇ, ਤੇ ਮਾਂ ਪਿਓ ਚਾਹੁੰਦਾ ਫਿਰ ਥੋੜ੍ਹਾ ਜਿਹਾ ਦੂਰ ਹੀ ਰਹਿਣ ਤੇ ਠੀਕ ਹੈ। ਹੁਣ ਭਗਤ ਬਿਲਕੁਲ ਉਵੇਂ ਦਾ ਜਿਹਨੇ ਭਾਣੇ ਦੇ ਵਿੱਚ ਰਹਿਣਾ ਹੈ, ਹਰ ਗੱਲ ਨੂੰ ਸਤ ਬਚਨ ਕਰਕੇ ਮੰਨਣਾ ਹੈ, ਤੇ ਧੀ ਪੁੱਤਰ ਸਤ ਬਚਨ ਕਰਕੇ ਮੰਨੇ ਤੇ ਵਿਸ਼ੇਸ਼ ਤੌਰ ਤੇ ਉਹਨੂੰ ਮਾਂ ਪਿਓ ਦਾ ਪਿਆਰ ਮਿਲਦਾ ਹੈ। ਮਾਂ ਪਿਓ ਪਿਆਰ ਭਾਵੇਂ ਸਭ ਨਾਲ ਕਰਦੇ ਨੇ, ਪਰ ਜਿਹੜਾ ਭਾਣੇ ਦੇ ਵਿੱਚ ਹੁਕਮ ਨੂੰ ਮੰਨਦਾ ਉਹਨੂੰ ਵਿਸ਼ੇਸ਼ ਪਿਆਰ ਮਿਲਦਾ ਹੈ। ਗੁਰੂ ਸਾਹਿਬ ਜਿੱਥੇ ਕਿਰਪਾ ਕਰਕੇ ਸਮਝਾਉਂਦੇ ਨੇ, ਉਹ ਕਰਦਾ ਸਭ ਨੂੰ ਹੈ, ਪਰ ਭਗਤ ਜਨਾਂ ਦੀ ਵਿਸ਼ੇਸ਼ ਤੌਰ ਤੇ ਪ੍ਰਤਪਾਲਣਾ ਕਰਦਾ। ਔਰ ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਦੇ ਇਹ ਪਾਵਨ ਬਚਨ ਆਪਾਂ ਸਵੇਰੇ ਸ਼ਾਮ ਰੋਜ਼ ਪੜ੍ਹਦੇ ਸੁਣਦੇ ਹਾਂ। ਰਾਗੀ ਸਿੰਘ ਆਸਾ ਕੀ ਵਾਰ ਦੇ ਵਿੱਚ ਸੋਧਰ ਦੀ ਚੌਂਕੀ ਵਿੱਚ ਪੜ੍ਹਦੇ ਨੇ, ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਆਪਣੇ ਭਗਤ ਜਨਾਂ ਦੀ ਵਿਸ਼ੇਸ਼ ਤੌਰ ਤੇ ਪ੍ਰਤਪਾਲਣਾ ਕਰਦਾ ਹੈ।
अचरज तेरी वडियाई। हे रब जी परमेश्वर जी तेरी वडियाई बड़ी अचरज है, हैरान करने वाली है। इस करके अरदास बेनती है कि नित नानक नाम ध्याई। धन गुरु अर्जन देव जी कहते हैं सतगुरु कृपा करी कि नित तेरे नाम नूं मैं ध्याउंदा रहां, जपदा रहां, क्योंकि जे अगे पिछे दे सुख मिलने तेरे नाम करके ने। और फिर बेनती करा उदम असी करना है। सतगुरु जी ने बार बार ये उदम करने वास्ते सानू उपदेश दिता है, पर उदम करके ये अगे पिछे वाले सुख ना मिलन, ये भागां विच ना होवे, फिर अरदास कर, जे अरदास करके भी ना मिले तो बस फिर उनके भाणे नूं मन कि जे सुख दे तो कोई गल नहीं, सुख दे तो तुझे आराधी, दुख पे तुझे ध्याई, फिर ना दुख ते ना सुख। ये तेनों गुरु नालों रब नालों कदे तोड़ नहीं सकते। बस गुरु नाल जुड़िया रहे। गुरु साहब जी कहते हैं सब तो वड्डा सुख यही है। हुई भुलों की खिमा। आओ 1-2 मिनट होर रसना के नाल हाजरी लवाइए, फिर समाप्ति है जी। वाहे गुरु वाहे